Hello everyone, Jitinder here. Welcome to my channel Nanak Gyan. Today we are cover topic including images within table. कि ਅਸੀਂ HTML ਦੇ ਵਿੱਚ ਟੇਬਲ ਦੇ ਵਿੱਚ ਇਮੇਜਿਸ ਐਡ ਕਰਨੀਆਂ ਨੇ ਉਹ ਕਿਸ ਤਰ੍ਹਾਂ ਐਡ ਕਰ ਸਕਦੇ ਹਾਂ। ਕਹਿੰਦੇ ਟੂ ਐਡ ਅ ਬੈਕਗਰਾਊਂਡ ਇਮੇਜ, ਬੈਕ 'ਤੇ ਜੇ ਅਸੀਂ ਇਮੇਜ ਲਾਉਣੀ ਹੈਗੀ ਤਾਂ ਉਹਦੇ ਵਾਸਤੇ ਅਸੀਂ ਕੀ ਕਰਨਾ ਹੈਗਾ, ਬੈਕਗਰਾਊਂਡ ਐਟਰੀਬਿਊਟ ਇਨ ਦਾ ਓਪਨਿੰਗ ਟੇਬਲ ਟੈਗ, ਤਾਂ ਅਸੀਂ ਕੀ ਕਰਾਂਗੇ ਬੈਕਗਰਾਊਂਡ ਐਟਰੀਬਿਊਟ ਯੂਜ਼ ਕਰਾਂਗੇ। ਕਹਿੰਦੇ ਇਟ ਵਿਲ ਟੇਕ ਦਾ URL ਆਫ ਦਾ ਇਮੇਜ ਐਜ਼ ਇਟਸ ਵੈਲਿਊ ਐਂਡ ਦਾ ਬੈਕਗਰਾਊਂਡ ਇਮੇਜ ਆਰ ਟਾਈਟਲ ਥਰੂ ਆਊਟ ਦਾ ਅਵੇਲੇਬਲ ਟੇਬਲ ਸਪੇਸ। ਤਾਂ ਇਹਦੇ ਵਾਸਤੇ ਸਾਨੂੰ ਕੀ ਚਾਹੀਦਾ, ਇਮੇਜ ਦਾ URL ਚਾਹੀਦਾ। URL ਕੀ ਹੁੰਦਾ, ਯੂਨੀਫਾਰਮ ਰਿਸੋਰਸ ਲੋਕੇਟਰ, ਕਿ ਉਸ ਦਾ ਸਾਨੂੰ ਐਡਰੈਸ ਚਾਹੀਦਾ ਕਿ ਕੀ ਐਡਰੈਸ ਹੈਗਾ ਉਹਦਾ। ਦੇਖੋ ਐਗਜ਼ਾਮਪਲ ਦੇ ਵਿੱਚ HTML ਟੈਗ ਸਟਾਰਟ ਕੀਤਾ ਹੈ, ਹੈੱਡ ਟੈਗ ਸਟਾਰਟ ਕੀਤਾ ਹੈ, ਟਾਈਟਲ ਦਿੱਤਾ ਕਿ ਅਸੀਂ ਟੇਬਲ ਟੈਗ ਯੂਜ਼ ਕਰ ਰਹੇ ਹਾਂ, ਹੈੱਡ ਨੂੰ ਬੰਦ ਕੀਤਾ, ਬੋਡੀ ਸਟਾਰਟ ਕੀਤੀ ਹੈ, ਟੇਬਲ ਦਾ ਬੋਰਡਰ ਦਾ ਸਾਈਜ਼ ਦਿੱਤਾ ਕਿ 5 ਹੈ, ਬੈਕਗਰਾਊਂਡ ਦੀ ਗੱਲ ਕੀਤੀ ਹੈ, ਇੱਥੇ ਅਸੀਂ ਐਡਰੈਸ ਦਿੱਤਾ ਫੋਟੋ ਦਾ, ਜਿਫ ਲਿਖਿਆ ਹੋਇਆ ਆ ਰਿਹਾ ਤਾਂ ਫੋਟੋ ਲਿੱਤੀ ਹੈ ਅਸੀਂ, ਉਹਦਾ ਐਡਰੈਸ ਦਿੱਤਾ ਹੈ ਕਿ ਕਿਹੜਾ URL ਹੈ ਉਹਦਾ, ਵਿਡਥ ਦੇਤੀ, ਹਾਈਟ ਦੇਤੀ, ਅਲਾਈਨਮੈਂਟ ਸੈੱਟ ਕਰਤੀ ਕਿ ਸੈਂਟਰ 'ਚ ਆਵੇ। ਫਿਰ ਉਸ ਤੋਂ ਬਾਅਦ TR, TH, ਟਾਈਟਲ ਆਫ ਬੁੱਕਸ, ਔਥਰਸ, ਜੋ ਵੀ ਅਸੀਂ ਕਾਲਮਸ ਦੇ ਨਾਮ ਦਿੱਤੇ ਹੋਏ ਨੇ ਉਹ ਸਾਰੇ ਨਾਮ ਦਿੱਤੇ। ਤਾਂ ਤੁਸੀਂ ਟੇਬਲ ਦੇ ਵਿੱਚ ਦੇਖੋ ਕਿ ਫੋਟੋ ਬੈਕਗਰਾਊਂਡ 'ਤੇ ਆ ਰਹੀ ਹੈ। ਹੁਣ ਆ ਗਿਆ ਕਿ ਟੂ ਇੰਕਲੂਡਡ ਇਮੇਜਿਸ ਵਿਦ ਸੈੱਲਸ, ਕਿ ਅਸੀਂ ਸੈੱਲ ਦੇ ਵਿੱਚ ਇਮੇਜ ਲਾਉਣੀ ਹੈ। ਉਹ ਤਾਂ ਸੀਗੀ ਕਿ ਬੈਕਗਰਾਊਂਡ 'ਤੇ ਇਮੇਜ ਲਾਉਣੀ ਹੈ। ਹੁਣ ਅਸੀਂ ਕੀ ਹੈ ਕਿ ਜਿਵੇਂ ਸਾਡੀ ਕੋਈ ਵੀ ਸ਼ੀਟ ਬਣੀ ਹੋਈ ਹੈ, ਇਕੱਲੇ ਸੈੱਲ ਦੇ ਵਿੱਚ ਫੋਟੋ ਲਾਉਣੀ ਹੈ। ਦੇਖੋ ਅਤੇ ਇਕੱਲੇ ਸੈੱਲ ਦੇ ਵਿੱਚ ਇਮੇਜ ਬਣੀ ਹੋਈ ਹੈਗੀ, ਤਾਂ ਉਸ ਦੇ ਵਾਸਤੇ ਕੀ ਕਰਨਾ ਹੈ ਅਸੀਂ, ਕਹਿੰਦੇ ਇਮੇਜ ਕੈਨ ਬੀ ਇੰਕਲੂਡਡ ਵਿਦ ਇਨ ਹੈਡਰ ਔਰ ਡਾਟਾ ਸੈੱਲਸ, ਜਾਂ ਤਾਂ ਅਸੀਂ ਹੈਡਰ 'ਤੇ ਲਾਉਣੀ ਹੈ ਜਾਂ ਡਾਟਾ ਸੈੱਲਾਂ ਦੇ ਉੱਤੇ ਲਾਉਣੀ ਹੈ। ਤਾਂ ਉਹਦੇ ਵਾਸਤੇ ਅਸੀਂ ਐਡ IMG ਟੈਗ ਯੂਜ਼ ਕਰਦੇ ਹਾਂ ਬਿਟਵੀਨ ਕਿਤੇ TD ਅਤੇ TH ਟੈਗ ਦੇ ਵਿਚਾਲੇ। ਉਸ ਤੋਂ ਬਾਅਦ ਇਹਨਾਂ ਨੇ ਦੇਖੋ ਇਮੇਜ 'ਤੇ ਦਿਖਾਇਆ ਹੋਇਆ ਹੈਗਾ ਕਿ ਇਸ ਦੇ ਵਿੱਚ ਕੀ ਕੀਤਾ ਹੈਗਾ, ਬੋਰਡਰ ਉਸ ਤੋਂ ਹੀ ਸੈੱਟ ਕੀਤਾ ਹੋਇਆ, ਹਾਈਟ ਸੈੱਟ ਕੀਤੀ ਹੈ, ਅਲਾਈਨਮੈਂਟ, ਬਟ ਇਹਨੂੰ ਕਿਹਦੇ ਵਿੱਚ ਯੂਜ਼ ਕਰਨਾ ਅਸੀਂ TR ਟੈਗ ਅਤੇ TH ਟੈਗ ਦੇ ਵਿਚਾਲੇ। ਤਾਂ TR ਅਤੇ TH ਟੈਗ ਦੇ ਵੀ ਦੇਖੋ ਔਥਰਸ, ਕੋਸਟ, ਸਾਰਾ ਕੁਛ ਦਿੱਤਾ ਹੋਇਆ, ਬਟ ਇਮੇਜ ਇਹਨਾਂ ਨੇ ਇੱਥੇ ਐਡ ਕੀਤੀ ਹੈ ਕਿ ਜਿਹੜੇ ਆਪਾਂ ਨੇ ਸੈੱਲ ਦੇ ਵਿੱਚ ਲਾਉਣੀ ਹੈਗੀ। ਤਾਂ ਉੱਥੇ ਇਮੇਜ ਉਹਦਾ ਐਡਰੈਸ ਦੇਤਾ, ਹਾਈਟ ਵਿਡਥ ਉੱਦਾਂ ਹੀ ਸੈੱਟ ਕੀਤੀ ਹੈ। ਇਹ ਸੈੱਲ ਨੂੰ ਲਾਉਣ ਵਾਸਤੇ ਯੂਜ਼ ਕੀਤਾ ਅਸੀਂ। ਦੇਖੋ ਇਮੇਜ ਉੱਥੇ ਹੀ ਸਾਰੀ ਸੈੱਟ ਕੀਤੀ ਹੋਈ ਹੈ, ਆਹ ਮੇਨ ਲਾਈਨ ਹੈ, ਇੱਕੋ ਹੀ ਪ੍ਰੋਗਰਾਮ ਨੂੰ ਸਾਰੇ ਕਿਤੇ ਚਲਾਇਆ ਹੋਇਆ। ਤਾਂ ਇਸ ਦੇ ਵਿੱਚ ਕੀ ਹੈ ਕਿ ਸਾਡਾ ਸੈੱਲ ਦੇ ਵਿੱਚ ਇਮੇਜ ਲੱਗੀ ਹੈ। ਨੈਕਸਟ ਆ ਗਿਆ ਸਪੈਨਿੰਗ ਰੋ ਐਂਡ ਕਾਲਮਸ, ਵੈਰੀ ਇੰਪੋਰਟੈਂਟ ਟੋਪਿਕ ਹੈ। ਕਹਿੰਦੇ ਟੂ ਐਟਰੀਬਿਊਟ ਰੋ ਸਪੇਨ ਐਂਡ ਕੋਲ ਸਪੇਨ ਆਰ ਯੂਜ਼ ਟੂ ਕੰਬਾਈਨ ਐਡਜੁਆਇਨਿੰਗ ਸੈੱਲਸ ਇਨਟੂ ਲਾਰਜਰ ਸੈੱਲ, ਕਿ ਦੋ ਸੈੱਲਾਂ ਨੂੰ ਕੀ ਕਰਨਾ, ਕੰਬਾਈਨ ਕਰ ਰਹੇ ਹਾਂਗੇ, ਐਡਜੁਆਇਨਿੰਗ ਸੈੱਲਸ ਨੇਗੇ ਇਨਟੂ ਲਾਰਜਰ ਸੈੱਲ ਦੇ ਵਿੱਚ ਉਹਨਾਂ ਨੂੰ ਜੁਆਇਨ ਕੀਤਾ ਜਾ ਰਿਹਾ ਹੈਗਾ। ਕਹਿੰਦੇ ਦੀਜ਼ ਐਟਰੀਬਿਊਟ ਆਰ ਯੂਜ਼ ਇਨ ਆਈਦਰ TH, TD ਦੋਨੋਂ ਟੈਗਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਕਹਿੰਦੇ ਫੋਰ ਰੋ ਸਪੇਨ ਐਟਰੀਬਿਊਟ ਦਿਸ ਨੰਬਰ ਇੰਡੀਕੇਟਸ ਦਾ ਨੰਬਰ ਆਫ ਰੋਜ਼ ਅ ਸੈੱਲ ਸ਼ੁੱਡ ਟੇਕ ਅਪ, ਐਂਡ ਫੋਰ ਕੋਲ ਸਪੇਨ ਦਾ ਨੰਬਰ ਆਫ ਕਾਲਮ ਦਾ ਸੈੱਲ ਸ਼ੁੱਡ ਸਪੇਨ। ਰੋ ਸਪੇਨ ਰੋ ਨੂੰ ਸਪੇਨ ਕਰਨ ਵਾਸਤੇ, ਕਾਲਮ ਸਪੇਨ ਹੈ ਜਿਹੜਾ ਉਹ ਕਾਲਮਾਂ ਨੂੰ ਸਪੇਨ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈਗਾ। ਕਹਿੰਦੇ ਇਨ ਬੋਥ ਦਾ ਕੇਸਿਸ ਦਾ ਪ੍ਰੈਜ਼ੈਂਟ ਸੈੱਟ ਇਜ਼ ਇੰਕਲੂਡਡ ਇਨ ਕਾਊਂਟਿੰਗ, ਤਾਂ ਇਹ ਕਾਊਂਟਿੰਗ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਦੇਖੋ ਇਹਨਾਂ ਐਗਜ਼ਾਮਪਲ ਲਿੱਤੇ ਹੈ ਕਿ ਰੋ ਸਪੇਨ ਇਕੁਅਲ ਟੂ 4, ਤਾਂ ਇਹ ਇੰਡੀਕੇਟ ਕਰਦਾ ਹੈ ਕਿ 4 ਸੈੱਲ ਆਰ ਜੁਆਇਨ ਡਾਊਨ ਦਾ ਰੋ ਇੰਕਲੂਡਿੰਗ ਦਾ ਕਰੰਟ ਸੈੱਲ, ਜੋ ਕਰੰਟ ਸੈੱਲ ਹੈ ਉਸ ਦੇ ਵਿੱਚ ਉਹ 4 ਰੋ ਨੇ ਜਿਹੜੀਆਂ ਉਹ ਜੁਆਇਨ ਹੋ ਜਾਣ। ਨੈਕਸਟ ਕੀ ਕੀਤਾ ਇਹਨਾਂ ਨੇ, ਦੇਖੋ ਟੈਗ ਵਗੈਰਾ ਯੂਜ਼ ਕੀਤੇ ਨੇਗੇ, ਆਹ ਰੋਜ਼ ਪੇਨ ਲਗਾਇਆ ਹੈ ਬਾਲਾ ਗੋਸਵਾਮੀ ਨੂੰ, ਅਤੇ ਉਹਦੇ ਜਿਹੜੇ ਰਾਈਟਰਸ ਦੇ ਨਾਮ ਲਿਖੇ ਹੋਏ ਨੇ, ਐਡੀਸ਼ਨਸ ਦਿੱਤੇ ਹੋਏ ਨੇਗੇ। ਉਸ ਨੂੰ ਕੀ ਕੀਤਾ ਹੈਗਾ, ਜੋ ਕਰੰਟ ਸੈੱਲ ਹੈ ਉਸ ਦੇ ਬਰਾਬਰ ਕਰਨ ਵਾਸਤੇ ਇਹਨਾਂ ਨੇ ਕੀ ਕੀਤਾ, ਜੋ ਉਹਦਾ ਸਾਈਜ਼ ਸੀ, ਬੋਰਡਰ ਸੀ, ਉਹਨਾਂ ਨੂੰ ਕੀ ਕੀਤਾ ਹੈਗਾ, ਸਾਈਜ਼ ਨੂੰ ਸੈੱਟ ਕਰਕੇ ਚੇਂਜ ਕਰਤਾ ਹੈਗਾ। ਜਿਹੜੀ ਇੰਨੀ ਮਤਲਬ ਸਪੇਸ ਵਗੈਰਾ ਸੀ ਜਾਂ ਕੁਛ ਵੀ ਆ ਉਹਨਾਂ ਨੂੰ ਜੁਆਇਨ ਕਰਤਾ ਹੈਗਾ, ਅਤੇ ਉਹਦਾ ਬੈਕਗਰਾਊਂਡ ਕਲਰ ਵਗੈਰਾ ਪਿੰਕ ਸੈੱਟ ਕਰਤਾ ਹੈਗਾ, ਟਾਈਟਲਸ ਵਗੈਰਾ ਦੇਤਾ ਹੈਗਾ। ਤਾਂ ਇਹਨਾਂ ਨੇ ਇਨਫੋਰਮੇਸ਼ਨ ਅਬਾਊਟ ਬੁੱਕਸ ਦੇ ਬਾਰੇ ਦੇ ਵਿੱਚ ਸਾਰੀ ਇਨਫੋਰਮੇਸ਼ਨ ਸਾਨੂੰ ਦਿੱਤੀ ਹੈਗੀ। ਤਾਂ ਇਹ ਕਾਹਦਾ ਟੋਪਿਕ ਹੈ, ਰੋ ਸਪੇਨਿੰਗ, ਕਿ ਰੋ ਨੂੰ ਇਕੱਠਾ ਕਰਨਾ ਹੈ, ਕਾਲ ਸਪੇਨਿੰਗ ਕੀ ਹੈ, ਕਾਲਮਸ ਨੂੰ ਇਕੱਠਾ ਕਰਨਾ ਹੈਗਾ।
ਅੱਗੇ ਆ ਗਿਆ ਜੀ ਸਪੈਸੀਫਾਈਂਗ ਸੈੱਲ ਸਾਈਜ਼ ਐਂਡ ਅਲਾਈਨਮੈਂਟ। ਸੈੱਲ ਦਾ ਸਾਈਜ਼ ਨੂੰ ਸਪੈਸੀਫਾਈ ਕਰਨਾ ਵੀ ਕੀ ਲੈਣਾ ਅਸੀਂ, ਅਲਾਈਨਮੈਂਟ ਕੀ ਹੈ ਕਿ ਉਹਦੀ ਸੈਟਿੰਗ ਕਰਨੀ ਹੈ ਕਿ ਕਿੱਥੇ ਸੈਂਟਰ 'ਚੋਂ ਟੈਕਸਟ ਆਵੇ ਜਾਂ ਲੈਫਟ 'ਤੇ ਜਾਂ ਰਾਈਟ 'ਤੇ ਕਿਸੇ ਵੀ ਸਾਈਡ ਟੈਕਸਟ ਆ ਸਕਦਾ ਹੈ। ਤਾਂ ਉਹਦੇ ਵਾਸਤੇ ਅਸੀਂ ਯੂਜ਼ ਕਰਦੇ ਹਾਂ ਸਪੈਸੀਫਾਈਂਗ ਸੈੱਲ ਸਾਈਜ਼ ਐਂਡ ਅਲਾਈਨਮੈਂਟ। ਸਪੈਸੀਫਾਈਂਗ ਸੈੱਲ ਸਾਈਜ਼ ਐਂਡ ਅਲਾਈਨਮੈਂਟ ਦੇ ਵਿੱਚ ਕੀ ਹੈ, HTML ਦਾ ਟੈਗ ਹੈ, ਹੈਡ ਹੈ, ਟਾਈਟਲ ਨੂੰ ਸਟਾਰਟ ਕੀਤਾ ਹੈਗਾ, ਟੇਬਲ ਬੋਰਡਰ ਵਗੈਰਾ ਲਿੱਤਾ ਹੈਗਾ, ਉਹਦੀ ਵਿਡਥ ਨੂੰ ਸੈੱਟ ਕਰਤਾ ਕਿ 40% ਵਿਡਥ ਹੈਗੀ। ਤਾਂ ਉਹਨੇ ਇਕੱਲੀ ਰੋ ਕੋਲਮ ਦੇ ਸਾਈਜ਼ ਨੂੰ ਸੈੱਟ ਕੀਤਾ ਕਿ ਅਸੀਂ ਕਿੰਨਾ ਉਹਦਾ ਸਾਈਜ਼ ਦੇਣਾ ਹੈਗਾ ਅਤੇ ਕਿਹੜੀ ਚੀਜ਼ ਕਿੱਥੇ ਲਿਖੀ ਹੋਈ ਆਵੇ, ਸੈਂਟਰ 'ਚ ਆਵੇ, ਸਾਈਡ 'ਤੇ ਆਵੇ। ਤਾਂ ਦੇਖੋ ਇੱਥੇ ਹੈਡਿੰਗਸ ਨੇ ਉਹ ਸੈਂਟਰ ਦੇ ਵਿੱਚ ਆ ਰਹੇ ਨੇ, ਲਾਈਨਾਂ ਦਾ ਲਿਖਿਆ ਹੋਇਆ ਨਾਲ ਦੇ ਨਾਲ ਆ ਰਿਹਾ ਹੈਗਾ। ਤਾਂ ਉਹ ਕੀ ਹੈ, ਅਲਾਈਨਮੈਂਟ ਸੈੱਟ ਕੀਤਾ ਹੈਗਾ ਕਿ ਕੋਈ ਵੀ ਅੱਖਰ ਹੈ ਕਿਤੋਂ ਕਿੰਨੀ ਜਗ੍ਹਾ ਛੱਡ ਕੇ ਆਵੇ। ਹੁਣ ਆ ਗਿਆ ਜੀ ਇੰਕਲੂਡਿੰਗ ਕੈਪਸ਼ਨ ਇਨ ਅ ਟੇਬਲ। ਟੇਬਲ ਦੇ ਵਿੱਚ ਕੈਪਸ਼ਨ ਐਡ ਕਰਨੀ ਹੈਗੀ। ਤਾਂ ਕਹਿੰਦੇ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕੈਪਸ਼ਨ ਕੀ ਹੈ, ਇੱਕ ਇੰਪੋਰਟੈਂਟ ਐਲੀਮੈਂਟ ਹੈ ਟੇਬਲ ਵਾਸਤੇ, ਯੂਜ਼ ਟੂ ਸਮਰਾਈਜ਼ਿੰਗ ਟੇਬਲ ਕੰਟੈਂਟਸ, ਕਿ ਟੇਬਲ ਦੇ ਜਿਹੜੇ ਕੰਟੈਂਟਸ ਨੇਗੇ ਉਹਨਾਂ ਨੂੰ ਸਮਰਾਈਜ਼ ਕਰਨਾ, ਇੱਕ ਸਮਰੀ ਦੇਣੀ ਹੈ। ਕਹਿੰਦੇ ਇਟ ਇਜ਼ ਐਨ ਐਕਸਪਲੇਨੇਟਰੀ ਟੈਕਸਟ, ਐਕਸਪਲੇਨ ਹੈ ਵਿਚ ਆਇਡੈਂਟੀਫਾਈ ਦਾ ਟੇਬਲ, ਜਿਹੜਾ ਕਿ ਟੇਬਲ ਨੂੰ ਆਇਡੈਂਟੀਫਾਈ ਕਰਵਾ ਰਿਹਾ। ਕੈਪਸ਼ਨ ਕੀ ਹੈ, ਕਹਿੰਦੇ ਇਜ਼ ਐਡਡ ਇਨ ਅ ਟੇਬਲ ਯੂਜ਼ਿੰਗ ਦਾ ਕੈਪਸ਼ਨ ਟੈਗ ਦੇ ਨਾਲ ਅਸੀਂ ਇਸ ਨੂੰ ਐਡ ਕਰਦੇ ਹਾਂ। ਕਹਿੰਦੇ ਇਸ ਦੇ ਵਿੱਚ ਅਲਾਈਨਮੈਂਟ ਐਟਰੀਬਿਊਟ ਵੀ ਤੁਸੀਂ ਯੂਜ਼ ਕਰਦੇ ਹੋਗੇ। ਕੈਪਸ਼ਨ ਅਲਾਈਨਮੈਂਟ ਟੋਪ ਤੋਂ ਕਰਨੀ ਹੈ, ਬੋਟਮ ਤੋਂ, ਲੈਫਟ ਤੋਂ, ਰਾਈਟ ਤੋਂ, ਜਿੱਥੋਂ ਮਰਜ਼ੀ ਤੁਸੀਂ ਸੈੱਟ ਕਰ ਸਕਦੇ ਹੋ, ਕੈਪਸ਼ਨ ਦੇ ਸਕਦੇ ਹੋ। ਨੈਕਸਟ ਆ ਗਿਆ ਜੀ ਸੈੱਲ ਦੀ ਸਪੇਸਿੰਗ ਅਤੇ ਪੈਡਿੰਗ। ਸੈੱਲਾਂ ਦੇ ਵਿੱਚ ਸਪੇਸ ਦੇਖੋ ਕਿਸ ਤਰ੍ਹਾਂ ਕਿ ਕਿੰਨੇ ਸੈੱਲਾਂ ਦੇ ਵਿੱਚ ਸਪੇਸ ਦੇਣੀ ਹੈ ਤੁਸੀਂ, ਅਲੱਗ ਆ ਰਹੇ ਨੇ ਅਤੇ ਉਹਦੀ ਪੈਡਿੰਗ ਕੀਤੀ ਆ। ਉਹਨੂੰ ਦੇਖੋ ਇਕੱਲੇ ਨੂੰ ਉਹਨਾਂ ਨੇ ਬਾਕਸ ਦੇ ਵਿੱਚ ਸ਼ੋਅ ਕੀਤਾ ਹੋਇਆ, ਉਸਦਾ ਬੋਰਡਰ ਦਿੱਤਾ ਹੋਇਆ ਹੈਗਾ, ਉਸ ਨੂੰ ਕੀ ਕਹਿੰਦੇ ਨੇ, ਪੈਡਿੰਗ। ਕਹਿੰਦੇ ਸੈੱਲ ਸਪੇਸਿੰਗ ਅਤੇ ਪੈਡਿੰਗ ਕਿ ਕਿੰਨੀ ਅਸੀਂ ਸਪੇਸ ਦੇਣੀ ਹੈ, ਕਿਸ ਤਰ੍ਹਾਂ ਉਹਨੂੰ ਸੈੱਟ ਕਰਨਾ, ਉਹ ਸਾਰਾ ਕੰਮ ਕਿਹਦਾ, ਸੈੱਲ ਸਪੇਸਿੰਗ ਅਤੇ ਸੈੱਲ ਪੈਡਿੰਗ ਦਾ। ਤਾਂ ਇਹਨੂੰ ਵੀ ਟੇਬਲ ਟੈਗ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਹੁਣ ਸਾਨੂੰ ਕਹਿੰਦੇ ਟੇਬਲ ਦੇ ਕੀ ਫਾਇਦੇ ਨੇਗੇ। ਕਹਿੰਦੇ ਵਨ ਆਫ ਦਾ ਗ੍ਰੇਟ ਐਡਵਾਂਟੇਜ ਕੀ ਹੈ ਕਿ ਸੌਖਾ ਹੈਗਾ ਟੇਬਲ ਨੂੰ ਰੀਡ ਕਰਨਾ, ਇਹਦੀ ਸਟਰਕਚਰ ਵਧੀਆ, ਕਲੀਅਰ ਹੁੰਦੀ ਹੈ, ਕਿਉਂਕਿ ਵੇ ਹੈ ਕਿਸੇ ਵੀ ਕੰਟੈਕਟ ਨੂੰ ਸਮਝਣ ਦਾ। ਤਾਂ ਅਸੀਂ ਟੇਬਲ ਦੇ ਵਿੱਚ ਇਮੇਜ ਵੀ ਐਡ ਕਰ ਸਕਦੇ ਹਾਂ, ਲਿਸਟ ਵੀ, ਫੋਰਮ ਵੀ, ਕੋਈ ਵੀ ਟੈਕਸਟ ਨੂੰ ਪਰਫੋਰਮ ਕਰਵਾ ਸਕਦੇ ਹਾਂ, ਪੈਰਾਗ੍ਰਾਫ ਨੂੰ, ਜਿੰਨੀਆਂ ਵੀ ਸਰਚ ਵਗੈਰਾ ਦੀਆਂ ਚੀਜ਼ਾਂ ਨੇਗੀਆਂ। ਤਾਂ ਇਹਨਾਂ ਦੇ ਵਿੱਚ ਸਾਨੂੰ ਡੂ ਨੋਟ ਨੀਡ ਟੂ ਵਰੀ ਅਬਾਊਟ ਦੈਮ ਨੋਟ ਇੰਡੈਕਸਿੰਗ ਯੂਅਰ ਸਾਈਟ। ਸਾਨੂੰ ਕੋਈ ਵੀ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਅਸੀਂ ਕੋਈ ਵੀ ਚੀਜ਼ ਦਾ ਇੰਡੈਕਸ ਹੈ, ਕੋਈ ਵੀ ਚੀਜ਼ ਹੈ, ਕਿਸੇ ਵੀ ਪ੍ਰੋਬਲਮ ਨੂੰ ਸੌਖੇ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ। ਲਾਈਕ ਜਿਵੇਂ ਫਰੇਮ ਟੇਬਲ ਆਲਸੋ ਹੈਵ ਗੁੱਡ ਐਂਡ ਬੈਡ ਪੁਆਇੰਟਸ। ਕਹਿੰਦੇ ਫਰੇਮ ਦੇ ਨੇ ਲਾਈਕ ਫਰੇਮਸ, ਜੇ ਫਰੇਮ ਦੀ ਅਸੀਂ ਗੱਲ ਕਰਦੇ ਆਂਗੇ, ਟੇਬਲ ਆਲਸੋ ਹੈਵ ਗੁੱਡ ਐਂਡ ਬੈਡ ਪੁਆਇੰਟ, ਗੁੱਡ ਪੁਆਇੰਟਸ ਵੀ ਨੇ, ਬੈਡ ਪੁਆਇੰਟ ਹੈ। ਬੈਸਟ ਫੀਚਰ ਤਾਂ ਇਹਦੀ ਇਹ ਹੈ ਕਿ ਫਿਕਸ ਹੈ ਸਾਰੀਆਂ ਪ੍ਰੋਬਲਮਸ ਵਿਦ ਫਰੇਮਸ। as all the parts are on each page, if you load on internal page of the site everything will appear and it is possible to bookmark this page। ਫੋਰਮ ਦੇ ਵਿੱਚ ਕੀ ਕਰਦੇ ਆ, ਇੱਕ ਜਗ੍ਹਾ ਫੋਰਮ 'ਤੇ ਸੈਟਿੰਗ ਆਈ ਨਹੀਂ ਹੁੰਦੀ, ਦੂਸਰੇ ਪੇਜ 'ਤੇ ਜਾਓ, ਤੀਸਰੇ ਪੇਜ 'ਤੇ ਜਾਓ, ਸਾਨੂੰ ਇਹ ਦੇਖਣਾ ਪੈਂਦਾ ਹੈ। ਬਟ ਇਸ ਦੇ ਵਿੱਚ ਕੀ ਹੈਗੀ, ਟੇਬਲ ਦੇ ਵਿੱਚ ਇੱਕ ਪੇਜ ਦੇ ਉੱਤੇ ਅਸੀਂ ਟੇਬਲ ਬਣਾਇਆ ਉਸ ਨੂੰ ਕਲੀਅਰਲੀ ਦੇਖ ਸਕਦੇ ਹਾਂ। ਡਿਸਐਡਵਾਂਟੇਜ ਕੀ ਨੇ ਇਹਦੀਆਂ, ਕਿ ਅਮਾਊਂਟ ਆਫ ਟਾਈਮ ਲੱਗਦੀ ਹੈ, ਟੇਬਲ ਦੀ ਜਿਹੜੀ ਸਟਰਕਚਰ ਹੈ ਥੋੜ੍ਹੀ ਕੰਪਲੈਕਸ ਹੁੰਦੀ ਹੈ ਅਤੇ ਬਹੁਤ ਸਾਰੇ ਪੇਜਿਸ ਲੱਗ ਜਾਂਦੇ ਨੇਗੇ। ਨੈਕਸਟ ਆ ਗਿਆ ਦੇਅਰਸ ਨੋ ਸਟੈਂਡਰਡ HTML ਟੈਗ ਅਵੇਲੇਬਲ ਟੂ ਕ੍ਰੀਏਟ ਮਲਟੀਪਲ ਟੈਕਸਟ ਕੋਲਮ ਨਹੀਂ ਬਣਾ ਸਕਦੇ ਅਸੀਂ ਇਸ ਦੇ ਵਿੱਚ। ਨੈਕਸਟ ਕੀ ਹੈ, ਕਹਿੰਦੇ ਇਨ ਟੇਬਲਸ ਆਲ ਦਾ ਪਾਰਟਸ ਮਾਰਕਿੰਗ ਦਾ ਪੇਜ ਆਰ ਸਟੋਰਡ ਔਨ ਈਚ ਪੇਜ ਸੈਪਰੇਟ ਵਨ ਲਾਈਕ ਇਨ ਫਰੇਮਸ, ਅਪਡੇਟਿੰਗ ਸਮਥਿੰਗ ਔਨ ਦਾ ਹੋਲ ਸਾਈਟ ਮੋਰ ਡਿਫੀਕਲਟ। ਸਾਰੇ ਕਿਤੇ ਇਹਨਾਂ ਨੂੰ ਇਹਦੇ ਵਿੱਚ ਚੇਂਜਿਸ ਕਰਨਾ, ਜੇ ਇੱਕ ਪੇਜ 'ਚ ਚੇਂਜਿਸ ਕੀਤਾ ਤਾਂ ਸਾਰੇ ਕਿਤੇ ਜਾ ਕੇ ਚੇਂਜ ਕਰਨਾ ਬਹੁਤ ਔਖਾ ਹੈਗਾ। ਅਤੇ ਇਹਦਾ ਜਿਹੜਾ ਡਿਜ਼ਾਈਨ ਹੈ, ਕੰਸਿਸਟੈਂਟ ਡਿਜ਼ਾਈਨ ਇਜ਼ ਆਲਸੋ ਮੋਰ ਡਿਫੀਕਲਟ ਆ, ਅਤੇ ਇਹਦੇ ਵਿੱਚ ਸਥਿਰਤਾ ਬਣਾਈ ਰੱਖਣੀ ਬਹੁਤ ਔਖੀ ਹੈ। ਫਾਈਨਲ ਪ੍ਰੋਬਲਮ ਵਿਦ ਟੇਬਲ ਇਜ਼ ਦੈਟ ਬਿਕੋਜ਼ ਐਵਰੀਥਿੰਗ ਇਜ਼ ਔਨ ਐਵਰੀ ਪੇਜ ਦਾ ਇੰਡੀਵਿਜੂਅਲ ਪੇਜ ਟੇਕ ਲੋਂਗਰ ਟੂ ਲੋਡ ਆ। ਤਾਂ ਇਹਦੇ ਲੋਡਿੰਗ ਦੇ ਵਿੱਚ ਕੀ ਹੈ ਕਿ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ। ਤਾਂ ਕਿਸੇ ਚੀਜ਼ ਦੇ ਜੇ ਫਾਇਦੇ ਵੀ ਨੇ ਤਾਂ ਨੁਕਸਾਨ ਵੀ ਨੇਗੇ। ਤਾਂ ਇਹਨਾਂ ਦੀਆਂ ਕਮੀਆਂ ਸਾਰੀਆਂ ਅਸੀਂ ਪੂਰੀਆਂ ਕੀਤੀਆਂ ਨੇਗੀਆਂ ਫਰੇਮ ਦੇ ਟੋਪਿਕ ਦੇ ਵਿੱਚ ਜਾ ਕੇ। ਤਾਂ ਨੈਕਸਟ ਟੋਪਿਕ ਆਪਾਂ ਕਰਾਂਗੇ ਫਰੇਮਸ।